भाई डूबेगी किश्ती तो डूबेगे सारे, ना तुम ही बचोगे ना साथी सुमारे। जे सिख नहीं, जे हरमंदर साहब नहीं, ओदा जिक्र ही नहीं किधरे भी, क्योंकि वो हिंदू नहीं मुसलमान है। अगर हिंदू मुसलमाना तो सिखां की कंट्रीब्यूशन तुसीं माइनस कर दो, उन्हां दा बनदा मान सत्कार। सिख भिखारी नहीं मंगते, नहीं सिख अपने कीती दा मुल चाहते ने। ये बचा के ਸਿੰਘਾਂ ने उन्होंने घर च पहुँचाई। एक सीरीज़ एक बना के ना इस तरह सारा कुछ होया है। तो सच्चाई ये वे कि सिख कौम की बहादरी जिहड़ी है उन्होंने नैगेटिव, तुसीं किधरे भगत सिंह दे शोले नहीं गाए, तुसीं किधरे शहीद उधम सिंह की गल नहीं करते, तुसीं करतार सिंह सराभे की गल नहीं करते, तुसीं किहदी नहीं। लेकिन मुल्क का प्रधानमंत्री होने के नाते इहदा फर्ज बनता सी इंसानियत नाल। ये रेस्ट हाउस मौजूद ने, ये सारे गर्म तकरीरां सुन रहे हैं ते गर्म तकरीरां देण दे जब लग दुनिया रहीए नानक किश सुनिया किशो कहीए। इस महावाक के अनुसार असी गल करन जा रहे हैं नवंबर 1984। ਉਹ ਨਵੰਬਰ 1984 ਜਦੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖ ਕਤਲੇਆਮ ਹੋਇਆ, ਸਿੱਖ ਨੌਜਵਾਨੀ ਦਾ ਘਾਣ ਹੋਇਆ। ਕਿਉਂ ਹੋਇਆ, ਕਿਵੇਂ ਹੋਇਆ ਤੇ ਕਿਵੇਂ ਉਸ ਨੂੰ ਰੋਕਿਆ ਜਾ ਸਕਦਾ ਸੀ, ਇਸ ਸੰਬੰਧੀ ਅੱਜ ਅਸੀਂ ਵਿਸ਼ੇਸ਼ ਗੱਲ ਕਰਾਂਗੇ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਲ, ਜੋ ਕਿ ਸਾਡੇ ਨਾਲ ਇਸ ਵਕਤ ਮੌਜੂਦ ਨੇ। ਸਰਦਾਰ ਮਹਿੰਦਰ ਸਿੰਘ ਜੀ, ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਵੀ ਮੀਡੀਆ 24 ਚੈਨਲ ਦੇ ਉੱਪਰ। ਤੇ ਅਸੀਂ ਅੱਜ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਨਵੰਬਰ 1984 ਦਾ ਜੋ ਸਿੱਖ ਕਤਲੇਆਮ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਕਿੰਨੇ ਕਰਵਾਇਆ ਤੇ ਉਹਨੂੰ ਰੋਕਿਆ ਕਿਵੇਂ ਜਾ ਸਕਦਾ ਸੀਗਾ। ਕਿਉਂਕਿ ਜਿਹੜਾ ਕਿ ਤੁਸੀਂ ਵੀ ਆਪਣੇ ਪਿੰਡੇ ਦੇ ਉੱਪਰ ਇਹ ਸੰਤਾਪ ਹੰਡਾਇਆ, ਕਿਉਂਕਿ ਤੁਹਾਡਾ ਪਿਛੋਕੜ ਜਿਹੜਾ ਕਿ ਪਾਣੀਪਤ ਦੇ ਨਾਲ ਰਿਹਾ। ਜਸਦਰ ਸਾਹਿਬ ਕੁਝ ਕਹਿਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼, ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦੇ ਸਦਕਾ ਮੈਂ ਫਤਿਹ ਸਾਂਝੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੱਲ ਛੇੜੀ ਹੈ 1984 ਦੀ। ਤੇ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਕੁਝ ਸੋਚਣਾ ਤੇ ਉੱਤੋਂ ਦਰਖਤ ਦੀ ਟਾਹ ਦੇ ਉੱਤੋਂ ਜਾ ਕੇ ਕਰੂੰਬਲ ਨੂੰ ਨਹੀਂ ਪਕੜੀਦਾ, ਉਹਦੀ ਜੜ੍ਹ ਤੋਂ ਚੱਲੀਦਾ ਕਿ ਜਿਵੇਂ ਆਪ ਜੀ ਨੇ ਕਿਹਾ 84 ਹੋਇਆ ਕਿਵੇਂ। ਮੈਂ ਬੇਨਤੀ ਕਰਾਂਗਾ ਇਹਦਾ ਬੰਨ ਨੂੰ, ਇਹਦੀ ਨੀਂਹ ਜਿਹੜੀ ਸੀ 19 ਫਰਵਰੀ 1984 ਨੂੰ ਪਾਣੀਪਤ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ, ਜਿਹਦੇ ਵਿੱਚ 14 ਸਿੰਘ ਸ਼ਹੀਦ ਹੋਏ ਤੇ ਨਾਲ ਸਿੱਖਾਂ ਦੇ ਬਿਜ਼ਨਸ ਸੈਂਟਰ ਅੱਗ ਲਾ ਕੇ ਸਾੜ ਕੇ ਲੁੱਟ ਕੇ, ਕਿਉਂਕਿ ਜਿੱਥੇ ਅੱਗ ਲਾਉਣ ਦੇ ਨਾਲ ਨਾਲ ਹਿੰਦੂ ਦੇ ਬਿਜ਼ਨਸ ਸੈਂਟਰ ਨੂੰ ਕੋਈ ਨੁਕਸਾਨ ਪਹੁੰਚਦਾ ਸੀ ਅਤੇ ਉਹਨੂੰ ਫਿਰ ਅੱਗ ਨਹੀਂ ਲਗਾਈ, ਉਹਨੂੰ ਲੁੱਟਿਆ ਗਿਆ। ਇਹਦੀ ਨੀਂਹ 19 ਫਰਵਰੀ 84 ਨੂੰ ਪਾਣੀਪਤ ਬੰਨ੍ਹ ਦਿੱਤੀ ਗਈ ਸੀ। ਇਹ ਪ੍ਰੋਗਰਾਮ ਪਾਣੀਪਤ 19 ਫਰਵਰੀ ਇਸ ਤਰ੍ਹਾਂ ਹੋਇਆ ਸੀ ਕਿਉਂਕਿ ਜਦੋਂ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਭਿੰਡਰਾਂਵਾਲੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਤਿਕਾਰਯੋਗ, ਇਹ ਜਿਹੜੇ ਤਰਨ ਤਾਰਨ ਬੱਸ ਦਾ ਜਿਹਦੇ ਵਿੱਚ ਧਰਮੀ ਫੌਜੀ ਕੈਦੀਆਂ ਨੂੰ ਲੈ ਕੇ ਜਾ ਰਹੇ ਸਨ, ਗੱਡੀ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀਆਂ ਅਸਥੀਆਂ ਲੈ ਕੇ ਦਿੱਲੀ ਮੁਜ਼ਾਹਰਾ ਕਰਨ ਜਾ ਰਹੇ ਸੀ। ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਵਿੱਚ ਨਾਲ ਸੀ ਅਤੇ ਉਹਦੇ ਵਾਸਤੇ ਇਹ ਅੰਬਾਲਾ, ਮੰਜੀ ਸਾਹਿਬ, ਕੁਰੂਕਸ਼ੇਤਰ ਜਾਂ ਇੱਧਰ ਕਿਤੇ ਲੰਗਰ ਦਾ ਪ੍ਰਬੰਧ ਨਹੀਂ ਹੋ ਸਕਿਆ। ਅਤੇ ਲੰਗਰ ਵਾਸਤੇ ਜਦੋਂ ਪਾਣੀਪਤ ਆ ਕੇ ਗੱਲਬਾਤ ਇਹਨਾਂ ਕੀਤੀ ਅਤੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ, ਗੁਰੂ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਅਸਾਂ ਦਾਸ ਨੇ ਨਿੱਜੀ ਤੌਰ 'ਤੇ ਉੱਥੇ ਕਿਹਾ ਸੀ ਕਿ ਅਸੀਂ ਇਹਨਾਂ ਧਰਮੀ ਆਪਣਾ ਜਿਹੜੀ ਸੰਗਤਾਂ ਨੇ, ਜਿਹੜੀਆਂ ਸ਼ਹੀਦਾਂ ਦੇ ਵਾਰਸ ਨੇ, ਉਹਨਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕਰਾਂਗੇ। ਅਤੇ ਉੱਥੇ ਖੂਬ ਤਗੜਾ ਇਕੱਠ ਹੋਇਆ ਜਦੋਂ ਲੈ ਕੇ ਜਾਂਦੇ ਨੇ ਅਸਥੀਆਂ, ਅਤੇ ਸੋਹਣਾ ਉੱਥੇ ਅੱਛੇ ਕੀਰਤਨ ਵੀ ਹੋਏ, ਵਿਆਖਿਆਨ ਵੀ ਹੋਏ। ਅਤੇ ਜਿਹਨੂੰ ਵੇਖ ਕੇ ਇਲਾਕਾ, ਕਿਉਂਕਿ ਇਹ ਜਿਹੜਾ ਸਾਰਾ RSS ਅਤੇ ਜਨਸੰਘ ਦਾ ਗੜ੍ਹ ਹੈਗਾ ਸੀ ਪਾਣੀਪਤ, ਅਤੇ ਇਹ ਬਰਦਾਸ਼ਤ ਨਹੀਂ ਕਰ ਸਕੇ। ਇਹਨਾਂ ਨੇ ਆਪਣੇ ਧੌਂਸ ਜਮਾਉਣ ਵਾਸਤੇ ਜਾਂ ਸਿੱਖਾਂ ਨੂੰ ਲੈਸਨ ਦੇਣ ਵਾਸਤੇ 19 ਫਰਵਰੀ ਨੂੰ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਬਣਾਇਆ ਸੀ। ਭਿੰਡਰਾਂਵਾਲੇ ਦਾ ਪੁਤਲਾ ਸਾੜਾਂਗੇ। ਉਹਦੇ ਵਿੱਚ ਜਿਹੜਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੀ ਨਾਲ, ਇਹਨਾਂ ਦੇ ਨਗਰ ਜਦੋਂ ਜਲੂਸ ਇਹ ਕੱਢਦੇ ਨੇ, ਸਾਡੇ ਪਤਵੰਤੇ ਸਿੱਖ ਵੀ ਉਹਦੇ ਸ਼ਾਮਿਲ ਸਨ।
ਦਾਸ ਨੇ ਨਿੱਜੀ ਤੌਰ ਤੇ ਉਸ ਵਾਸਤੇ ਉਦੋਂ ਸੁਝਾਅ ਦਿੱਤਾ ਸੀ ਕਿ ਭਾਈ ਇਹ ਆਪਣਾ ਜਿਵੇਂ ਕਰਦੇ ਨੇ ਕਰਨ, ਸਾਨੂੰ ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ ਵਾਹਿਗੁਰੂ ਜਾਪ ਕਰਕੇ ਹਾਜ਼ਰੀਆਂ ਰੱਖਣੀਆਂ ਚਾਹੀਦੀਆਂ ਨੇ ਆਪਣੀਆਂ। ਇਹ ਜਦੋਂ ਸਾਰੇ ਸ਼ਹਿਰ ਤੋਂ ਇਕੱਠੇ ਹੋ ਕੇ ਆਉਂਦੇ ਘੁੰਮਦੇ ਆਉਂਦੇ ਨੇ ਬੜਾ ਵੱਡਾ ਇਕੱਠ ਹੋ ਜਾਂਦਾ ਜੇ ਨਗਰ ਕੀ ਉਹਦੇ ਜਲੂਸ ਦਾ। ਪਾਣੀਪਤ ਬੱਸ ਅੱਡੇ ਦੇ ਸਾਹਮਣੇ PWD ਰੈਸਟ ਹਾਊਸ ਦੇ ਨਾਲ ਹੀ ਥਾਣਾ, ਉੱਥੇ ਵੱਡੀ ਸਟੇਜ, ਕੋਈ ਵੀ ਪ੍ਰਧਾਨ ਮੰਤਰੀ ਵੀ ਆਉਂਦਾ ਤਾਂ ਸਟੇਜ ਉੱਥੇ ਲੱਗਦੀ ਸੀ। ਉੱਥੇ ਸਟੇਜ ਲੱਗੀ ਹੈ ਔਰ ਉੱਥੇ ਗਰਮ ਨਾਅਰੇ ਦਿੱਤੇ ਗਏ ਨੇ। PWD ਰੈਸਟ ਹਾਊਸ ਜਿਹੜਾ ਉੱਥੋਂ 50 ਕੁ ਗਜ ਪਿੱਛੇ ਹੈਗਾ, ਉੱਥੇ ਸੈਂਟਰ ਦੇ PC ਸੇਠੀ ਹੋਮ ਮਿਨਿਸਟਰ ਔਰ ਹਰਿਆਣਾ ਦੇ CM ਚੌਧਰੀ ਭਜਨ ਲਾਲ ਇਹ ਰੈਸਟ ਹਾਊਸ 'ਚ ਮੌਜੂਦ ਨੇ। ਇਹ ਸਾਰੇ ਗਰਮ ਤਕਰੀਰਾਂ ਸੁਣ ਰਹੇ ਨੇ ਤੇ ਗਰਮ ਤਕਰੀਰਾਂ ਦੇਣ ਦੇ ਬਾਅਦ ਸਾਹਮਣੇ ਉਧਰ ਦਿਖਾਈ ਦੇ ਰਿਹਾ ਹੈ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ। ਉੱਥੇ ਗਰਮ ਤਕਰੀਰਾਂ ਦੇ ਨਾਲ ਹੀ ਕਰਦੇ ਨੇ, ਮਾਰੋ ਸਿੱਖੋਂ ਕੋ ਮਾਰੋ ਪੀਟੋ ਕਾਟੋ, ਤੇ ਜਾਂਦੇ ਨੇ ਸਿੱਧੇ ਪਹਿਲੇ ਜਾ ਕੇ ਗੁਰਦੁਆਰਾ ਸਾਹਿਬ ਦੇ ਉੱਪਰ ਜਾ ਕੇ ਉੱਥੇ ਉਹ ਅੱਗ ਲਾਉਂਦੇ ਨੇ। ਨਿਸ਼ਾਨ ਸਾਹਿਬ ਪਹਿਲੇ ਗੁਰੂ ਤੇਗ ਬਹਾਦਰ ਭਵਨ ਬਿਲਕੁਲ ਸਾਹਮਣੇ ਜਗ੍ਹਾ ਲਈ ਹੈ, ਉੱਥੇ ਬੰਨੀ ਸੀ ਇਮਾਰਤ, ਨਿਸ਼ਾਨ ਸਾਹਿਬ ਲਗਾਇਆ ਸੀ, ਉਹਨੂੰ ਥੱਲੇ ਸੁੱਟਦੇ ਨੇ। ਫਿਰ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਥੱਲੇ ਖਿੱਚਦੇ ਨੇ। ਆਦਮੀ ਉੱਤੋਂ ਸੋਨੇ ਦਾ ਗੁੰਬਦ ਚੁੱਕਣ ਵਾਸਤੇ ਚੜ੍ਹਦਾ, ਗੁੰਬਦ ਦੇ ਉੱਪਰ ਆਪਣਾ ਕਲਸ਼ ਚੁੱਕਣ ਵਾਸਤੇ ਗੁੰਬਦ 'ਤੇ ਚੜ੍ਹਦਾ ਅਤੇ ਉਹਨੂੰ ਕੋਈ ਪੁੱਛਦਾ ਨਹੀਂ। ਜਦ ਕਿ ਪੁਲਿਸ ਨੇ ਬਾਅਦ ਵਿੱਚ ਕਿਹਾ ਹੈ, ਜਦੋਂ ਅਸੀਂ ਉਹਨਾਂ ਦੇ ਖਿਲਾਫ ਆਪਣਾ ਪੁਲਿਸ ਦੇ ਨਾਲ ਸਾਡੀ DSP ਨਾਲ ਮੀਟਿੰਗ ਹੋਈ ਹੈ, ਤੂੰ ਇਹ ਨਾ ਕਿਹਾ ਜੀ ਅਸੀਂ ਉੱਥੇ ਬੜੀਆਂ ਗੋਲੀਆਂ ਚਲਾਈਆਂ ਨੇ। ਗੋਲੀਆਂ ਸਾਰੀਆਂ 15-16 ਫੁੱਟ ਦੀ ਉਚਾਈ ਤੋਂ ਦੀਵਾਰਾਂ 'ਚ ਲੱਗੀਆਂ ਨੇ ਗੁਰਦੁਆਰੇ ਦੀਆਂ। ਤੇ ਅਸੀਂ ਕਿਹਾ ਜੀ ਸਾਨੂੰ ਦਿਖਾਓ ਕਿਸ ਦੀ ਜ਼ਮੀਨ 'ਤੇ ਲੱਗੀ, ਕਿਸ ਦੇ ਪੈਰ 'ਤੇ ਲੱਗੀ। ਇੰਨੇ ਬੰਦੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਉਹਨਾਂ ਨੇ। ਮਹਾਰਾਜ ਦੇ ਸਰੂਪ ਅੰਦਰ ਸੜ ਰਹੇ ਨੇ, ਤੁਸੀਂ ਕਹਿ ਰਹੇ ਹੋ ਅਸੀਂ ਗੋਲੀਆਂ ਚਲਾਈਆਂ ਨੇ। ਗੋਲੀਆਂ ਤੇ ਦੀਵਾਰਾਂ 'ਤੇ ਲੱਗੀਆਂ ਨੇ। ਗੋਲੀ ਦੱਸੋ ਕਿਸੇ ਡੰਡਾ ਕਿਸੇ ਨੂੰ ਲੱਗਿਆ ਹੋਵੇ, ਮਰੇ ਸਿੱਖ ਨੇ। ਉਹ ਜੀ ਫਿਰ ਉਸ ਵਕਤ ਤਾਂ ਹੀ ਪਤਾ ਲੱਗਦਾ ਹੈ ਭਾਈ ਉੱਥੋਂ ਇਹ ਜਿਹੜਾ ਹੈ ਇਹ ਸ਼ਹਿਰ ਦੇ ਅਲੱਗ-ਅਲੱਗ ਬਾਜ਼ਾਰਾਂ ਗੁਰਦੁਆਰੇ ਤੋਂ ਹੁੰਦਿਆਂ ਇਹਨਾਂ ਕੋਈ ਗੁਰਦੁਆਰਾ ਨਹੀਂ ਛੱਡਿਆ। ਈਵਨ ਮਾਡਲ ਟਾਊਨ ਜਿਹੜਾ ਹੈ ਇਸ ਸ਼ਹਿਰ ਦੇ ਦੂਸਰੀ ਸਾਈਡ 'ਤੇ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰਕੇ ਪਰੇ, ਉੱਥੇ ਵੀ ਜਾ ਕੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਿੰਘ ਸਭਾ ਔਰ ਗੁਰਦੁਆਰਾ 8 ਮਰਲਾ ਜਿਹੜਾ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਉੱਥੇ ਅੱਗ ਲਾਈ ਹੈ। ਫਿਰ ਉੱਥੋਂ ਚੱਕਰ ਸ਼ਹਿਰ ਆਉਂਦੇ ਨੇ ਅਤੇ ਮੈਨੂੰ ਗੁਰੇਜ਼ ਨਹੀਂ ਇਹਦੇ 'ਚ ਕਹਿਣ ਮਤ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਈ ਹੈ ਕਿ ਸਾਡੇ ਕੋਲ ਜਦੋਂ ਗੁਰਦੁਆਰੇ ਆਉਂਦੇ ਨੇ ਅਤੇ ਸਾਡੇ ਸਿੰਘ ਉੱਤੇ ਹਾਜ਼ਰ ਸਨ। ਇਹਨਾਂ ਨੂੰ ਤੇ ਜਕਾਰਾ ਛੱਡ ਕੇ ਇਸ਼ਾਰਾ ਕਹਿ ਦਿੱਤਾ ਸੀ ਜਕਾਰਾ ਛੱਡੋ, ਅਤੇ ਬਾਅਦ ਇਹਨਾਂ ਉੱਤੋਂ ਇੱਟਾਂ ਸੁੱਟ ਕੇ ਜਦੋਂ ਇੱਟਾਂ ਥੱਲੇ ਪਈਆਂ ਨੇ ਅਤੇ ਉੱਥੇ ਸਾਡੇ ਕੋਲ ਸਾਰੇ ਭੱਜ ਭੁੱਜ ਗਏ ਨੇ। ਸਾਡੇ ਕੋਲ ਉੱਥੇ ਸੂਈ ਦਾ ਨੁਕਸਾਨ ਨਹੀਂ ਹੋਇਆ ਗੁਰਦੁਆਰੇ 'ਚ। ਅਤੇ ਇੱਕਦਮ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਕਿ ਸ਼ਹਿਰ ਦੇ ਵਿੱਚ ਮਾਰਚ ਦੇ ਮਹੀਨੇ ਦੁਪਹਿਰ 19 ਫਰਵਰੀ ਨੂੰ ਦੁਪਹਿਰ ਦੇ ਧੁੱਪ ਦੇ ਵਿੱਚ ਏਡੇ ਏਡੇ ਗੜੇ ਪੈਣੇ ਸ਼ੁਰੂ ਹੋ ਗਏ। ਅਗਰ ਉਹ ਗੜੇ ਨਾ ਪੈਂਦੇ ਨਾ ਜਾਣੇ ਸਿੱਖਾਂ ਦਾ ਕਿੰਨਾ ਨੁਕਸਾਨ ਆਉਣਾ ਸੀ। ਅਤੇ ਉਹ ਖਿੰਡਰ ਪਿੰਡਰ ਗਏ ਅਤੇ ਮੇਰੀ ਕਨੀਆਂ ਵਿੱਚ ਫਿਰ ਇੱਥੋਂ ਵੀ ਗੁਰਦੁਆਰੇ ਰਾਮਗੜੀਏ ਤੋਂ ਅਸੀਂ ਸਿੱਖ ਇਕੱਠੇ ਹੋ ਕੇ ਜਾਂਦੇ ਹਾਂ ਅਤੇ ਉੱਥੋਂ ਗੁਰਦੁਆਰਾ GT ਰੋਡ ਗੁਰੂ ਨਾਨਕ ਸਾਹਿਬ ਜੀ ਦਾ ਜਿੱਥੇ ਸਭ ਤੋਂ ਪਹਿਲੇ ਅੱਗ ਲਗਾਈ ਹੈ, ਉੱਥੋਂ ਮਹਾਰਾਜ ਦੇ ਜਿਹੜੇ ਸਰੂਪ ਨੇ ਉਹ ਸਾਰੇ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਆਏ ਹਾਂ। ਅਤੇ BBC ਲੰਡਨ ਤੋਂ ਸ਼ਾਮ ਨੂੰ ਖਬਰ ਮਿਲੀ ਹੈ ਕਿ ਪਾਣੀਪਤ ਇਸ ਤਰ੍ਹਾਂ ਕਾਂਡ ਹੋ ਗਿਆ, ਗੁਰਦੁਆਰੇ ਸਾੜ ਦਿੱਤੇ ਨੇ ਅਤੇ ਸੈਂਟਰ ਸਿੱਖਾਂ ਦੇ ਬਿਜ਼ਨਸ ਸੈਂਟਰ ਜਾਂ ਆਪਣਾ ਸਾੜਦੇ ਜਾਂ ਲੁੱਟ ਰਹੇ ਨੇ। 4 ਸਿੱਖ ਮਰ ਗਏ ਨੇ। ਸਾਨੂੰ ਜਦੋਂ ਉਹਦੇ ਵਿੱਚ ਮੇਰਾ ਆਪਣਾ ਸਕਾ ਭਤੀਜਾ ਨਹੀਂ ਸੀ ਮਿਲਦਾ, ਅਸੀਂ ਕਰਫਿਊ ਸ਼ਹਿਰ 'ਚ ਲਾ ਦਿੱਤਾ। ਅਸੀਂ ਪਤਾ ਕਰਨ ਵਾਸਤੇ ਜਦ ਜਾਂਦੇ ਹਾਂ ਅਤੇ ਸਵੇਰੇ ਜਾਂਦੇ ਹਾਂ ਅਤੇ ਸਾਨੂੰ ਰਾਤੀ ਤੇ ਕਰਫਿਊ ਕਰਕੇ ਕਿਸੇ ਗੱਲ ਨਹੀਂ ਕੀਤੀ। ਸਵੇਰੇ ਸਾਨੂੰ ਅਸੀਂ ਜਦੋਂ ਮਿਲੇ ਹਾਂ ਅਤੇ ਸਾਨੂੰ ਫਿਰ ਉਹਨਾਂ DSP ਨਾਲ ਗੱਲ ਕਰਾਈ। ਉਹਨਾਂ ਕਿਹਾ ਜੀ 14 ਬੰਦੇ ਮਰੇ ਨੇ। 14 ਬੰਦੇ ਮਰ ਜਾਣ ਅਤੇ ਸਾਡੀ ਕੌਮ ਨੂੰ ਰਾਤੀ ਦਰਦ ਨਹੀਂ ਉੱਠਿਆ ਕਿਸੇ ਲੀਡਰ। ਜਦੋਂ ਵਾਕਿਆ ਹੋ ਗਿਆ ਅਤੇ 14 ਸਿੰਘ ਸ਼ਹੀਦ ਹੋ ਗਏ ਨੇ ਅਤੇ ਪਹਿਲੇ ਤੋੜਾ ਸਾਹਿਬ ਨਾਲ ਫੋਨ 'ਤੇ ਸੰਪਰਕ ਕੀਤਾ। ਫਿਰ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਗਏ ਹਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਜਿਹੜੇ ਬਾਹਰ ਗੈਲਰੀ ਉਹਦੇ 'ਚ ਸੰਤ ਲੌਂਗੋਵਾਲ ਜੀ ਦਾ ਡੇਰਾ ਸੀ ਅਤੇ ਆਪਣਾ ਦੀਵਾਨ ਦੇ ਉੱਤੇ ਬਿਸਤਰਾ ਵਗੈਰਾ ਅਤੇ ਵਿੱਚ ਉਹਦੇ ਬਾਕੀ ਨਾਲ ਵੀ ਸਿੰਘ ਬੈਠੇ ਸਨ। ਉੱਥੇ ਆਪਣਾ ਅਸੀਂ ਦੁੱਖ ਸੁਣਾਇਆ ਔਰ ਉਹਨਾਂ ਨੂੰ ਦੱਸਿਆ ਕਿ ਇਹ ਪਾਣੀਪਤ ਦੀ ਗੱਲ ਨਹੀਂ ਹੈ, ਇਹ 14 ਸਿੰਘਾਂ ਦੀ ਸ਼ਹਾਦਤ। ਇਹ ਇੱਕ ਬੀਜ ਜਿਹੜਾ ਬੀਜਿਆ ਗਿਆ ਹੈ, ਜਾਂ ਇਹ ਕਹਿ ਲਓ ਕਿ ਇੱਕ ਟੈਸਟ ਕੀਤਾ ਗਿਆ। ਜਿਵੇਂ ਪੇਸ਼ੈਂਟ ਦਾ ਓਪਰੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਜਿਹੜਾ ਹੈ ਉਹਦੇ ਸਾਰੇ ਟੈਸਟ ਕਰਦਾ ਕਿ ਕੀ ਇਹ ਜਿਹੜਾ ਓਪਰੇਸ਼ਨ ਕਰਾਂਗਾ ਇਹਦੀ ਬਾਡੀ ਇਹਨੂੰ ਅਸੈਪਟ ਕਰ ਲੈਗੀ, ਨਹੀਂ ਕਮਜ਼ੋਰ ਤੇ ਓਪਰੇਸ਼ਨ ਨਹੀਂ ਕਰਨਾ। ਉਹਨਾਂ ਦੇਖਿਆ ਵੀ ਇਹ ਤਾਂ ਸਿੱਖਾਂ ਨੂੰ ਇੰਨਾ ਮਾਰਿਆ ਹੈ ਅਤੇ ਕੁਝ ਨਹੀਂ ਕੀਤਾ ਸਿੱਖਾਂ ਨੇ।
ਤੇ ਉਸੇ ਵੇਲੇ मैं तो कहांगा ऑपरेशन ब्लू स्टार ਦਾ ਬੰਨ ਨੂੰ ਬੰਨਿਆ ਗਿਆ, क्योंकि ਕਰਨ वाले ने बीजेपी RSS वाले ਉੱਪਰ बैठे ने केंद्र सेंटर का होम मिनिस्टर अपना PC सेठी ते हरियाणे का CM चौधरी भजन लाल, तो असी एक टीम में बन गई सी। ते हुण अज मीडिया च बहुत बारी आ रहा है जिवें हुण 84 नूं किवें सी, अगर उस वक्त सही लिया हुंदा एक्शन साडी लीडरशिप ने, तो 84 का यह कांड इन्हां दी करन दी या जून का कांड करन दी इन्हां दी हिम्मत ही नहीं सी। जे जून का कांड उस वक्त ना हुंदा तो अगे नवंबर वाला मतलब ही नहीं सी कोई भी। ये सारी एक सीरीज़ एक बना के ना इस तरह सारा कुछ होया है। तो सच्चाई ये वे कि सिख कौम की बहादरी जिहड़ी है उन्होंने नैगेटिव रूप दे विच ना पेश करके सिख कौम नूं अज भी बदनाम किया जा रहा है। अज मैनूं गुरेज नहीं कहण विच हिंदुस्तान के प्रधानमंत्री ने श्री मोदी जी ने एक बारी भी क्या होवे कि अन्नदाते मैं नाल जोड़ांगा जरूर इनू, ये सारे भुखे च मरदियां नूं जिहड़े भुखे भज्जे पिंडां नूं जा रहे सी लंगर पानी राशन पानी दे रहे हैं, उत्थे मोर्चे दे उत्ते सिंह शहीद हो रहे हैं। एक बारी भी ये लखनऊ च गया उत्थे हा हा करके अपने उद्घाटन करता रहा, इन्हें लखीमपुर खेड़ी दी उत्थे शहीदां दी कोई गल नहीं की। प्राइम मिनिस्टर के नाते ये बीजेपी का प्राइम मिनिस्टर अपनी बीजेपी का प्रचार करे सानू कोई नहीं, लेकिन मुल्क का प्रधानमंत्री होने के नाते इसका फर्ज बनता सी इंसानियत नाते कि कहता भी जिमींदारो तुहाडे बंदे मरे ने, तुहाडे मीह हनेरी ठंड च मर दो, मैनू तुहाडे नाल हमदर्दी है, तू कख न दे उन्होंने, कख ना कर उन्हों का, तू ये कह दे मैनू तुहाडे नाल हमदर्दी है पर मैं प्रधानमंत्री मेरा पार्टी का प्रोग्राम है, मैं आ तुहानू मारना भी आ है। तो सीधी क्यों तुसी अपना कह रहा जिवें जयचंद ने मरवाए हिंदुस्तान नूं जिन्ना नुकसान होया है, मैनू गुरेज नहीं कहण विच इहदा सारा करन वाले गुजराती गुजरूती ते राज सारे हुण अकबर की गल करते हैं। अकबर का जिहड़ा सैनापति सी हिंदू सी, जिन्ने भी तुसी देख लो कांड होए ने सारे उन्हां दे विच इन्हां दे बंदे ने सानू सिख एक साबित करो किसी ने कीता। जे 65 की जंग होंदी है तो सिख सोना तो पैसा दे रहे हैं, 71 की जंग होंदी है तो उन्होंने कहते हो ब्यास तो पीछे आ जाओ, वो डट के उन्हें अपने दरबार साहब अमृतसर बचाया तो धक्के मार के उन्होंने लाहौर तक लै गए ने। जेकर अपना 65 की जंग में उत्थे लै जाते, 71 की जंग के विच एक नवा मुल्क करके देता है। इन्होंने एक बारी मोदी के मूँह अज तक जे सिख जरनैल की जगजीत सिंह अरोड़े की गल नहीं निकली। ये उन्हों का नाम लै रहा है ਜਿਹੜੇ ਬੰਦਿਆਂ ਦਾ ਕਦੀ ਕਿਤੇ ਸੁਣਿਆ ਨਹੀਂ ਕਰਾਇਆ ਨਹੀਂ। ਇਹ ਕਹਿ ਰਿਹਾ ਜੀ ਮਹਾਰਾਣਾ ਪ੍ਰਤਾਪ ਜਿੱਤ ਗਿਆ ਸੀ ਤੇ ਪ੍ਰਤਾਪ ਤੇ ਆਪਣਾ ਅਕਬਰ ਹਾਰ ਗਿਆ ਸੀ, ਸਾਨੂੰ ਅਕਬਰ ਮਹਾਰਾਣਾ ਦਾ ਮਤਲਬ ਨਹੀਂ। ਹਿੰਦੁਸਤਾਨ ਦੀ ਸੱਚਾਈ ਦੱਸੋ, ਤੁਸੀਂ ਕਿਧਰੇ ਭਗਤ ਸਿੰਘ ਦੇ ਸੋਲੇ ਨਹੀਂ ਗਾਏ, ਤੁਸੀਂ ਕਿਧਰੇ ਸ਼ਹੀਦ ਊਧਮ ਸਿੰਘ ਦੀ ਗੱਲ ਨਹੀਂ ਕਰਦੇ, ਤੁਸੀਂ ਕਰਤਾਰ ਸਿੰਘ ਸਰਾਭੇ ਦੀ ਗੱਲ ਨਹੀਂ ਕਰਦੇ, ਤੁਸੀਂ ਕਿਹਦੀ ਚਾਹੁੰਦੇ ਹੋ? ਜੇ ਇਹਨਾਂ ਨੂੰ ਮਾਈਨਸ ਕਰਦੇ ਹੋ ਹਿੰਦੁਸਤਾਨ ਵਿੱਚ ਹੈ ਕੌਣ? ਹਿੰਦੁਸਤਾਨ ਦਾ ਕੌਣ ਹੈ? ਹੁਣ ਅਸੀਂ ਬਿਲਕੁਲ खरी मैं गुरेज नहीं कराँगा, एक अपना अब्दुल कलाम प्रधानमंत्री नूं मिसाइल मैन कहते सन, उसका जिक्र ही नहीं किधरे भी, क्योंकि वह हिंदू नहीं मुसलमान है। अगर हिंदू मुसलमानों तो सिखां की कंट्रीब्यूशन तुसीं माइनस कर दो, इत्थे है कि इन्हां दा 65 की जो बाहर की लड़ाई में मार पैंदी है तो उदों जो नेहरू अपील करता है राष्ट्रीय खजाने वास्ते, तो सिख ਜਿਹੜਾ करीब जो पैसा इकट्ठा होता है 8 करोड़ रुपया 800 करोड़, वो सिख जिहड़े मोर दैन 50% देंदे ने, जिहड़ा सोन गोल्ड दान मंगते हैं तो मोर दैन 50% सिख देंदे ने। ये बजाय सिखां दे बारे तुसीं साडे गुण ना गाओ, सच्चाई कहो कि हाँ जी ये कर रहे हैं तो असीं करना है, तो तुसीं बस तुहानूं अपना लग्या है। तुहाडा राम तुहाडा जदों अपना गजनी लुटदा तुहाडा मंदिर सोमनाथ का, तो मैनूं कहने कोई गुरेज नहीं, तुसीं अपने सोमनाथ का मंदिर आप नहीं बना सके, वो आज़ाद हिंदुस्तान के होम मिनिस्टर सरदार पटेल ने तुहानूं बना के दिता है। तो मैं इस वास्ते ये कहांगा कि अज कौम की लीडरशिप नूं
ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸਭੇ ਸਾਂਝੀ ਵਾਲ ਸਦਾਇਨ, ਜਿਵੇਂ ਸਭ ਨੂੰ ਅੱਜ ਸਾਡੇ ਆਮ ਸਿੱਖ ਜਿਹੜਾ ਹੈ ਉਹ ਸਭ ਨੂੰ ਨਾਲ ਲੈ ਕੇ ਸਭ ਦੇ ਵਾਸਤੇ ਕਰਦਾ ਸੀ। ਅਤੇ ਸਭ ਦੇ ਜਦੋਂ ਹੁਣ ਇਹ ਆਪਣਾ ਕਰੋਨਾ ਦਾ ਆਇਆ ਹੈ, ਅਸਾਂ ਨਹੀਂ ਵੇਖਿਆ, ਮੇਰੇ ਖਿਆਲ 10% ਸਿੱਖ ਸੀ, 90% ਹਿੰਦੂ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਰਾਸ਼ਨ ਪਾਣੀ ਦਿੰਦੇ ਰਹੇ ਹਾਂ ਇੱਥੋਂ। ਹਾਲਾਂਕਿ ਸਾਡਾ ਬਜਟ ਇੰਨਾ ਨਹੀਂ, ਅਸੀਂ ਪੈਸੇ ਇਕੱਠੇ ਕਰਕੇ ਆਪਸ ਵਿੱਚ, ਸਾਡੇ ਕਿਸੇ ਸਿੱਖ ਕੌਮ ਦੇ ਕਿਸੇ ਵੀ ਸਿੱਖ ਦੇ ਮਨ ਦੇ ਵਿੱਚ ਦੁਆਇਤ ਨਹੀਂ, ਪਰ ਤੁਹਾਨੂੰ ਸਿਰਫ ਹਿੰਦੂ ਨਜ਼ਰ ਆਉਂਦੇ ਨੇ। ਮੈਂ ਬੇਨਤੀ ਕਰਾਂਗਾ ਇਸ ਤੁਹਾਡੇ ਜ਼ਰੀਏ, ਇਸ ਰਾਹੀਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਸ ਚੈਪਟਰ ਨੂੰ ਲਿਆ ਹੈ ਕਿ ਹਿੰਦੁਸਤਾਨ ਜਿਹੜਾ ਹੈ ਇਹ ਕਾਇਮ ਹੈ ਜਦੋਂ ਅਸੀਂ ਸਾਰੇ ਇਕਮੁੱਠ ਹੁੰਦੇ ਹਾਂ। ਇਹ ਮੁਹੰਮਦ ਗੌਰੀ ਨੂੰ ਕਿਹਨੇ ਸੱਦਿਆ ਸੀ? ਜੈ ਚੰਦ ਨੇ। ਕੌਣ ਮਦਦ ਕਰਦਾ ਰਿਹਾ ਬਾਹਰੀ ਤਾੜਵੀਆਂ ਦੀ? ਅਗਰ ਗਜ਼ਨੀ ਉੱਥੇ ਲੁੱਟਦਾ ਤਾਂ ਕਿਸੇ ਦੀ ਮਦਦ ਕੀਤੀ ਹੈ? ਗਜ਼ਨੀ ਤੋਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ? ਅਗਰ ਅਬਦਾਲੀ ਇੱਥੇ ਆਇਆ ਤੇ ਅਬਦਾਲੀ ਨੂੰ ਠੋਕਣ ਵਾਲੇ, ਕੁੱਟਣ ਵਾਲੇ, ਲੁੱਟਣ ਵਾਲੇ ਗੁਰੂ ਦੇ ਸਿੱਖ ਸਨ, ਔਰ ਉਹਦਾ ਲੁੱਟਿਆ ਮਾਲ ਦੀਆਂ ਧੀਆਂ ਭੈਣਾਂ ਜਿਹੜੇ ਚੁੱਕ ਕੇ ਲਿਜਾ ਰਿਹਾ ਸੀ ਹਿੰਦੁਸਤਾਨ ਦੀਆਂ, ਇਹ ਬਚਾ ਕੇ ਸਿੰਘਾਂ ਨੇ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ ਨੇ। ਅਤੇ ਮੈਂ ਬੇਨਤੀ ਕਰਾਂਗਾ ਇਸ ਤੁਹਾਡੇ ਰਾਹੀਂ ਕਿ ਪ੍ਰਧਾਨ ਮੰਤਰੀ ਗੌਰਮੈਂਟ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਅੱਜ ਵੀ ਸਿੱਖਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ, ਸਿੱਖ ਭਿਖਾਰੀ ਨਹੀਂ ਮੰਗਦੇ, ਨਹੀਂ, ਸਿੱਖ ਆਪਣੇ ਕੀਤੀ ਦਾ ਮੁੱਲ ਚਾਹੁੰਦੇ ਨੇ। ਅਸੀਂ ਸ਼ਹਾਦਤਾਂ ਦੇ ਰਹੇ ਹਾਂ। ਹੁਣ ਆ ਤੁਹਾਡੇ ਕੋਲ ਪਿੱਛੇ ਜਦੋਂ ਚਾਈਨਾ ਬਾਰਡਰ 'ਤੇ ਹੋਇਆ, ਇੱਕ ਸਿੱਖ ਨੇ 21 ਰਗੜ ਕੇ ਰੱਖ ਦਿੱਤੇ। ਉਦੋਂ ਕਿਹੜਾ ਐਟਮ ਬੰਬ ਸੀ? ਇੱਕ ਸ੍ਰੀ ਸਾਹਿਬ ਦੇ। ਤੁਸੀਂ ਸ੍ਰੀ ਸਾਹਿਬ ਨੂੰ ਵੇਖਣ ਨੂੰ ਤਿਆਰ ਨਹੀਂ, ਉਹਦਾ ਮਾਣ ਕਰਨ ਨੂੰ ਤਿਆਰ ਨਹੀਂ। ਸਰਦਾਰ ਮਹਿੰਦਰ ਸਿੰਘ ਜੀ, ਵੀ ਅਸੀਂ ਸਮਝ ਰਹੇ ਹਾਂ ਕਿ ਜਿਹੜੇ ਤੁਹਾਡੇ ਜਜ਼ਬਾਤ ਨੇ ਇਸ ਟਾਈਮ ਪੂਰੇ ਖੁੱਲ੍ਹੇ ਹੋਏ ਨੇ, ਅਤੇ ਪਰ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਨਵੰਬਰ 1984, ਅਤੇ ਤੁਸੀਂ ਦੱਸਿਆ ਕਿ ਇਹ ਜਿਹੜਾ ਕਿ 19 ਫਰਵਰੀ ਤੋਂ ਜਿਹੜਾ ਕਿ ਇਹ ਸ਼ੁਰੂ ਹੋ ਗਿਆ ਸੀਗਾ। 19 ਫਰਵਰੀ 1984 ਤੋਂ ਇੱਕ ਜਿਹੜਾ ਕਿ ਪਹਿਲਾ ਕੰਮ ਸ਼ੁਰੂ ਹੋ ਚੁੱਕਿਆ ਸੀਗਾ। ਸੋ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਹੜੇ 14 ਸਿੰਘ ਉਦਣ ਸ਼ਹੀਦ ਹੋਏ ਸੀ, ਉਹਨਾਂ ਦਾ ਵੀ ਜ਼ਰੂਰ ਸਾਨੂੰ ਜ਼ਿਕਰ ਕੀਤਾ ਜਾਵੇ, ਦੱਸਿਆ ਜਾਵੇ, ਵੀ ਜਾਂ ਜੋ ਦਰਸ਼ਕਾਂ ਨੂੰ ਪਤਾ ਲੱਗੇ ਵੀ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ। ਅਤੇ ਦੂਜਾ, ਉਸ ਤੋਂ ਬਾਅਦ ਨਵੰਬਰ 1984 ਦੀ ਅਸੀਂ ਗੱਲ ਜ਼ਰੂਰ ਕਰੀਏ, ਕਿਉਂਕਿ ਸਾਡੇ ਕੋਲ ਸਮਾਂ ਵੀ ਘੱਟ ਹੈ, ਪਰ ਗੱਲਾਂ ਬਹੁਤ ਨੇ। ਦੇਖੋ ਜੀ, ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਕਿ ਜਦੋਂ ਇਹ ਆਪਣਾ ਪੁਲਿਸ ਗੋਲੀਆਂ ਚਲਾਉਂਦੀ ਹੈ, ਕਹਿੰਦੇ ਨੇ ਜਿਵੇਂ ਗੁਰਦੁਆਰਾ ਬਚਾਉਣ ਵਾਸਤੇ ਗੋਲੀ ਚਲਾਈ ਜਾਂਦੇ, ਉਹਨਾਂ ਜਿਹੜੇ ਸਿੱਖ ਨੇ ਉਹਨਾਂ ਨਾਲ ਮਰੇ ਨੇ। ਸਿੱਖਾਂ ਨੂੰ ਮਾਰਿਆ ਗਿਆ ਹੈ ਤਾਂ ਕਿ ਇਹ ਮੁਕਾਬਲਾ ਨਾ ਕਰਨ ਅੱਗੋਂ ਕਿਸੇ ਤਰੀਕੇ, ਡਰ ਕੇ ਭੱਜ ਜਾਣ। ਸਿੱਖ ਭੱਜਣ ਵਾਲੇ ਨਹੀਂ। ਅਤੇ ਉਹ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਹੈ, ਅਗਰ ਉਹਦਾ ਸਬਕ ਉਹਨੂੰ ਇਹ ਵੇਖ ਕੇ ਕਿ ਸਾਡੇ 'ਤੇ ਹੋ ਸਕਦਾ ਹੈ, ਅਤੇ ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਤੁਸੀਂ ਕਰਦੇ ਹੋ ਪਏ ਜੂਨ ਵਿੱਚ ਉਹ ਵਾਕਿਆ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ ਸੀ। ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਸਿੱਖ ਅੱਗੋਂ ਖੜ੍ਹੇ ਨੇ। ਫਿਰ ਮੈਨੂੰ ਕੋਈ ਅਗਰ ਉਸ ਵਕਤ ਅਸੀਂ ਸਾਡੇ ਲੀਡਰਸ਼ਿਪ 19 ਫਰਵਰੀ ਦੇ ਉੱਤੇ ਉੱਥੋਂ ਨਸੀਹਤ ਲੈ ਕੇ, ਲੈਸਨ ਲੈ ਕੇ, ਅਤੇ ਅਗਲਾ ਆਪਣਾ ਜਿਵੇਂ ਸੋਚਦੇ, ਤਾਂ ਮੈਨੂੰ ਕੋਈ ਅਰਜ਼ ਨਹੀਂ ਇਹਦੇ 'ਚ ਕਹਿਣ ਵਿੱਚ ਕਿ ਨਵੰਬਰ 84 ਵਿੱਚ, ਜੂਨ 84 ਵਿੱਚ ਪਾਣੀਪਤ ਸਿੱਖਾਂ ਦਾ ਬਾਲ ਵਿੰਗਾ ਨਹੀਂ ਕੋਈ ਕਰ ਸਕਿਆ। ਕਿਉਂਕਿ ਉਸ ਤੋਂ ਬਾਅਦ ਸਿੱਖ ਸੁਚੇਤ ਹੋ ਗਏ ਸਨ। ਉਹਦੇ ਨਾਵੇ 'ਤੇ ਅੱਜ ਤੱਕ ਸਿੱਖਾਂ ਨੂੰ ਸਤਿਕਾਰ ਅਤੇ ਜੈ ਜੈਕਾਰ ਨਾਲ ਬੁਲਾਇਆ ਜਾਂਦਾ ਹੈ, ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਉਹ ਲੋਕ ਜਾਣਦੇ ਨੇ ਕਿ ਇਹ ਜ਼ਮੀਰ ਵਾਲੇ ਨੇ, ਇਹ ਹੱਕ ਇਨਸਾਫ ਗਰੀਬ ਦੀ ਗੱਲ ਕਰਨ ਵਾਲੇ ਨੇ, ਇਹ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦੀ ਗੱਲ ਕਰਨ ਵਾਲੇ ਨੇ। ਅਤੇ ਇਸ ਵਾਸਤੇ ਅਗਰ ਸਾਡੀ ਲੀਡਰਸ਼ਿਪ ਇਸ ਸਬਕ ਨੂੰ ਲੈ ਲਵੇ, ਆਪਣੀ ਕੁਰਸੀਆਂ ਦੇ ਲਾਲਚ ਨੂੰ ਛੱਡ ਦੇਵੇ, ਅਤੇ ਆਪਣੇ ਜਿਹੜੇ ਕਾਰੋਬਾਰ ਨੇ ਅਤੇ ਇੱਧਰ ਨਾ ਸੋਚੇ। ਤੁਹਾਡਾ ਜਿਹੜਾ ਪਾਲੀਟੀਸ਼ੀਅਨ ਦਾ ਕੰਮ ਹੈ, ਪਾਲਿਟਿਕਸ ਵਿੱਚ ਆ ਕੇ ਅਤੇ ਕੌਨਸਟੀਟਿਊਸ਼ਨ ਦੇ ਮੁਤਾਬਕ ਲੋਕਾਂ ਦੇ ਵਾਸਤੇ ਕਰਨਾ, ਲੋਕਾਂ ਦੇ ਭਲੇ ਵਾਸਤੇ ਕਰਨਾ, ਨਾ ਕਿ ਆਪਣਾ ਬਣਾਉਣਾ। ਜਿੱਦਣ ਇਹ ਸਾਡੀ ਲੀਡਰਸ਼ਿਪ ਸੋਚ ਲਵੇਗੀ, ਉਦੋਂ ਪੰਜਾਬ ਦੁਨੀਆ ਦਾ ਆਗੂ ਹੋਵੇਗਾ। ਜਾਣੀ ਕਿ ਮਹਿੰਦਰ ਸਿੰਘ ਜੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਾਡੀ ਲੀਡਰਸ਼ਿਪ, ਜਿਹੜੀ ਸਿੱਖ ਲੀਡਰਸ਼ਿਪ ਹੈ, ਆਪਣੇ ਆਪ ਨੂੰ ਸੰਭਲ ਜਾਂਦੀ ਅਤੇ ਜੇ ਮੌਕਾ ਸੰਭਾਲਣ ਦੀ, ਸ਼ਾਇਦ ਜਿਹੜਾ ਕਿ ਜੂਨ 1984 ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਣਾ ਅਤੇ ਨਵੰਬਰ 1984 ਉਹ ਦੋਵੇਂ ਜਿਹੜੇ ਕਾਂਡ ਕਦੇ ਨਾ ਵਾਪਰਦੇ। ਦੇਖੋ ਜੀ, ਮੈਂ ਫਿਰ ਇਹ ਬੇਨਤੀ ਕਰਾਂਗਾ ਕਿ ਅਗਰ 19 ਫਰਵਰੀ ਤੋਂ
ਇਹਨਾਂ ਨੇ ਨਸੀਹਤ ਲਈ ਹੁੰਦੀ ਤੇ ਮੁਕਾਬਲੇ ਵਾਸਤੇ ਆਪਣੇ ਆਪ ਨੂੰ ਔਰ ਸੈਂਟਰਲ ਗਵਰਨਮੈਂਟ ਨੂੰ ਔਰ ਸਾਰਿਆਂ ਨੂੰ ਕਿਹਾ ਹੁੰਦਾ ਕਿ ਬੰਦ ਕਰੋ, ਅਸੀਂ ਇਹ ਸਿੱਖ ਬਰਦਾਸ਼ਤ ਨਹੀਂ ਕਰੇਗਾ। ਇਹ ਸਿੱਖ ਇੱਕ ਜਿਹੜਾ ਦੋ ਸਿੱਖ ਆ ਕੇ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾ ਸਕਦੇ ਨੇ ਤੇ ਸਿੱਖ ਕੁਝ ਵੀ ਕਰ ਸਕਦੇ ਨੇ। ਤੇ ਇਹਨਾਂ ਦੀ ਹਿੰਮਤ ਨਹੀਂ ਸੀ ਕਿਸੇ ਦੀ ਪੈਣੀ। ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਕਿ ਪਾਣੀਪਤ ਵਿੱਚ ਦੋਵਾਂ ਕਾਂਡਾਂ ਦੇ ਵਿੱਚ ਜੂਨ ਤੇ ਆਪਣਾ ਨਵੰਬਰ ਦੇ ਵਿੱਚ ਇੱਕ ਸੂਈ ਦਾ ਨੁਕਸਾਨ ਨਹੀਂ ਹੋਇਆ। ਅਗਰ ਜੂਨ 84 ਨਾ ਹੁੰਦਾ ਤੇ ਨਵੰਬਰ ਜਿਹੜਾ ਹੈ ਉਹ ਮਤਲਬ ਕਿਉਂਕਿ ਨਵੰਬਰ 84 ਹੋਇਆ ਇਹ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕਰਕੇ ਸਿੱਖ ਬਰਦਾਸ਼ਤ ਨਹੀਂ ਕਰੇਗਾ ਕਦੀ ਵੀ। ਸਿੱਖ ਮਰ ਜਾਏਗਾ, ਟੁਕੜਾ ਟੁਕੜਾ ਸੜ ਜਾਏਗਾ, ਤੜਫੇਗਾ, ਲੇਕਿਨ ਹਰਿਮੰਦਰ ਸਾਹਿਬ ਦੇ ਨਾਂ ਦੇ ਉੱਤੇ ਆਪਣੀ ਕੌਮ ਦੇ ਨਾਂ ਦੇ ਉੱਤੇ ਉਹ ਕਿਸੇ ਵੀ ਤਰੀਕੇ ਦੀ ਕੁਰਬਾਨੀ ਵਾਸਤੇ ਤਿਆਰ ਹੈ। ਅਗਰ ਜੂਨ 84 ਵਿੱਚ ਇਹਨੂੰ ਨਾ ਹੁੰਦਾ ਤੇ ਨਵੰਬਰ ਦਾ ਨਹੀਂ ਸੀ ਹੋਣਾ। ਉਹ ਜੂਨ 84 ਜਿਹੜਾ ਸੀ ਉਹਦੇ ਵਾਸਤੇ ਇਹ 19 ਫਰਵਰੀ ਪਾਣੀਪਤ ਤੋਂ ਇਹ ਲੈਸਨ ਲੈ ਸਕਦੇ ਸਨ ਬਈ ਇਹ ਲੋਕ ਇਹਨਾਂ ਦੀ ਗਿਰ ਕੇ ਕੰਮ ਕਰ ਸਕਦੇ ਨੇ, ਔਰ ਬਾਕੀ ਉਹਨਾਂ ਕੀਤਾ। ਇਹ ਵੀ ਆਉਂਦਾ ਕਿ ਜੀ ਅਡਵਾਨੀ ਨੇ ਜਾਂ ਅਡਵਾਨੀ ਨੇ ਖੁਦ ਲਿਖਿਆ ਪੈਸਾ ਪ੍ਰੈਸ਼ਰ ਪਾਇਆ ਹੈ। ਤੇ ਇਹ ਚੀਜ਼ਾਂ ਜਦੋਂ ਤੁਸੀਂ ਭਾਈਵਾਲ ਉਸ ਇੱਕ ਜਿਹੜੀ ਪਾਰਟੀ ਉਹਨੂੰ ਪ੍ਰੈਸ਼ਰ ਪਾ ਰਹੀ ਹੈ, ਤੁਸੀਂ ਉਹਦੇ ਭਾਈਵਾਲ ਹੋ, ਤੁਹਾਡਾ ਭਾਈਵਾਲ ਕਰ ਰਿਹਾ ਦਾ ਮਤਲਬ ਤੁਸੀਂ ਕਰਾ ਰਹੇ ਹੋ ਫਿਰ। ਸੋ ਮੈਂ ਤੇ ਇਸ ਵੀਡੀਓ ਰਾਹੀਂ ਇਹ ਬੇਨਤੀ ਕਰਾਂਗਾ, ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਭਾਈ ਪਿਆਰਿਓ, ਆਉਣ ਵਾਲੇ ਸਮੇਂ ਵਿੱਚ ਕਿਉਂਕਿ ਸਾਡੀ ਸਿੱਖਾਂ ਦਾ ਕੋਈ ਵਾਰਸ ਨਹੀਂ ਹੈ, ਸਿੱਖਾਂ ਦੇ ਵਾਰਸ ਗੁਰੂ ਗ੍ਰੰਥ ਸਾਹਿਬ ਨੇ ਤੇ ਸਿੱਖ ਆਪ ਨੇ। ਮੈਂ ਤਾਂ ਕਿਹਾ ਕਰਦਾ ਸੀ ਅਕਸਰ, ਬਾਦਲ ਸਾਹਿਬ ਸਾਡੇ ਕੋਲ ਇੱਥੇ ਅਬ ਸਾਹਿਬ ਬਈ ਡੂਬੇਗੀ ਕਿਸ਼ਤੀ ਤੋਂ ਡੂਬੇਗੇ ਸਾਰੇ, ਨਾ ਤੁਮ ਹੀ ਬਚੋਗੇ ਨਾ ਸਾਥੀ ਸੁਮਾਰੇ। ਜੇ ਸਿੱਖ ਨਹੀਂ, ਜੇ ਹਰਿਮੰਦਰ ਸਾਹਿਬ ਨਹੀਂ, ਤੁਸੀਂ ਹੁਣ ਸ਼੍ਰੋਮਣੀ ਕਮੇਟੀ ਹੈ ਸਾਰੀ ਕੋਈ ਦੁਨੀਆ ਕਹਿ ਰਹੀ ਹੈ ਇਸ ਤੋਂ ਖਹਿੜਾ ਛੁਡਾਓ। ਤੇ ਜੇ ਇਹ ਨਹੀਂ ਸਿੱਖ ਹੋਣਗੇ ਤੇ ਫਿਰ ਤੁਸੀਂ ਕਿਸ ਦੇ ਸਿਰ ਤੇ ਰਾਜ ਕਰੋਗੇ? ਤੁਹਾਡੀਆਂ ਕਿਵੇਂ ਇੰਨੀਆਂ ਕੰਪਨੀਆਂ ਜਾਂ ਇੰਨੀਆਂ ਟਰਾਂਸਪੋਰਟਾਂ ਜਾਂ ਇੰਨੇ ਸਭ ਕੁਝ ਆਲ ਦੀ ਇਹ ਸਿੱਖਾਂ ਕਰਕੇ ਚੱਲਦੇ ਨੇ ਪਏ। ਤੇ ਇਸ ਲਈ ਤੁਹਾਨੂੰ ਚਾਹੀਦਾ ਜੋ ਵੀ ਹੈ, ਅੱਜ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਆਪਣਾ ਬੁਢਾਪਾ ਸਵਾਰ ਲਓ। ਜੋ ਲੁੱਟਿਆ ਉਹਨੂੰ ਸਿੱਖਾਂ ਦੀ ਬਹਬੂਤੀ ਵਾਸਤੇ ਖਰਚ ਕਰੋ, ਸਿੱਖਾਂ ਬੱਚਿਆਂ ਵਾਸਤੇ ਕਾਲਜ ਬਣਾਓ, ਉਹਨਾਂ ਨੂੰ ਅੱਛੀ ਵਿੱਦਿਆ ਦਾ ਪ੍ਰਬੰਧ ਕਰਾਓ, ਕੋਚਿੰਗ ਅੱਛੀ ਦਿਓ ਤਾਂ ਕਿ ਉਹ ਅੱਗੇ ਡਿਵੈਲਪ ਕਰਕੇ ਅਫੀਸਰ ਬਣ ਸਕਣ। ਹੁਣ ਅੱਜ ਸਿੱਖ ਅਫੀਸਰ ਹੈ ਹੀ ਕੋਈ ਵੀ ਨਾ, ਮਿਲਟਰੀ ਦੇ ਵਿੱਚ ਹੁਣ ਇਸ ਗਿਣਤੀ ਦੇ ਕੋਈ ਬੰਦਾ ਨਹੀਂ, ਅਫੀਸਰ ਕੋਈ ਵੀ ਨਹੀਂ, ਦੋ ਅਫੀਸਰ ਨੇ। ਤੇ ਕਿਉਂ? ਇਹ ਸਾਰਾ ਮੈਂ ਤਾਂ ਇਹ ਕਹਾਂਗਾ ਸਾਡੀ ਲੀਡਰਸ਼ਿਪ ਦੇ ਕਰਕੇ ਹੈ। ਬਹੁਤ ਬਹੁਤ ਧੰਨਵਾਦ। ਇਹ ਸਨ ਸਰਦਾਰ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਆਪਣਾ ਅੱਜ ਕੀਮਤੀ ਸਮਾਂ ਦੇ ਕੇ ਦੱਸਿਆ ਕਿ ਨਵੰਬਰ 1984 ਦਾ ਜੋ ਸਿੱਖ ਕਤਲੇਆਮ ਹੋਇਆ ਉਹ ਕਦੇ ਨਾ ਹੁੰਦਾ ਜੇ ਜੂਨ 1984 ਦੀ ਘਟਨਾ ਨਾ ਵਾਪਰਦੀ, ਜੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਨਾ ਹੁੰਦਾ। ਪਰ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਨਾ ਹੁੰਦਾ ਜੇ 19 ਫਰਵਰੀ 1984 ਨੂੰ ਸਿੱਖ ਕੌਮ ਦੀ ਲੀਡਰ ਇਹ ਸਮਝ ਜਾਂਦੀ ਕਿ ਜਿਹੜੀ ਹਿੰਦੁਸਤਾਨ ਦੀ ਸਤ੍ਹਾ ਹੈ, ਜੋ ਹਿੰਦੁਸਤਾਨ ਦੇ ਆਗੂ ਨੇ, ਉਹਨਾਂ ਦੀ ਹਿੰਮਤ ਨਾ ਪੈਂਦੀ ਜਦੋਂ ਪਾਣੀਪਤ ਦੇ ਵਿੱਚ ਜਿਹੜਾ ਕਿ RSS ਤੇ BJP ਦੇ ਵੱਲੋਂ ਮਾਰਚ ਕੀਤਾ ਗਿਆ ਤੇ ਉਸ ਤੋਂ ਬਾਅਦ 14 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਸੋ ਜੁੜੇ ਰਹਿਣਾ B Media 24 ਦੇ ਨਾਲ। ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਜਿਹੜਾ ਕਿ ਨਵੇਂ ਪ੍ਰੋਗਰਾਮ ਨਵੰਬਰ 1984 ਤੇ ਲੈ ਕੇ ਜਿਹੜੇ ਅਸੀਂ ਹਾਜ਼ਰ ਹੋਵਾਂਗੇ। ਸੋ ਧੰਨਵਾਦ ਕਰਦੇ ਹਾਂ ਸਰਦਾਰ ਮਹਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ, ਤੇ ਧੰਨਵਾਦ ਕਰਦੇ ਹਾਂ ਉਹਨਾਂ ਦਰਸ਼ਕਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸਾਨੂੰ ਨਿਵਾਜਿਆ, ਸਾਡੀਆਂ ਜਿਹੜੀਆਂ ਗੱਲਾਂ ਸੁਣੀਆਂ ਨੇ। ਅੱਜ ਦੀ ਜਿਹੜੀ ਇਹ ਗੱਲ ਸੀ, ਅੱਜ ਅਸੀਂ ਇਸ ਨੂੰ ਸਮਾਪਤ ਕਰਦੇ ਹਾਂ ਇੱਥੇ ਹੀ, ਤੇ ਜਲਦੀ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਵੇਖਦੇ ਰਹੋ B Media 24।